ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਤੂਫਾਨ ਖੜਾ ਹੋ ਚੁੱਕਿਆ ਹੈਗਾ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੱਡੀ ਬਗਾਵਤ ਦੇ ਸੁਰ ਸਾਹਮਣੇ ਆਉਣ ਲੱਗੇ ਨੇ। ਸੋ ਬਗਾਵਤ ਹੋ ਸਕਦੀ ਹੈ, ਉਹਨਾਂ ਦੇ ਕਾਰਨ ਕੀ ਨੇ, ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ, ਉਸ ਬਾਰੇ ਵਿਸਥਾਰ ਦੇ ਨਾਲ ਚਰਚਾ ਕੀਤੀ ਜਾਏਗੀ। ਚਰਚਾ ਕੀਤੀ ਜਾਏਗੀ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਜਿਨ੍ਹਾਂ ਦੇ ਕਿ ਪਹਿਲਾਂ ਸਿਹਤ ਮੰਤਰੀ ਜਾਂਚ ਦੇ ਸਿਕੰਜੇ ਦੇ ਵਿੱਚ ਨੇ, ਬੜੀ ਮੁਸ਼ਕਿਲ ਦੇ ਨਾਲ ਜ਼ਮਾਨਤ ਮਿਲੀ ਹੈ, ਲੇਕਿਨ ਇੱਕ ਹੋਰ ਹੁਣ ਮੰਤਰੀ ਜੇਲ੍ਹ ਜਾ ਸਕਦੇ ਨੇ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ, ਕਿੰਨਾ ਕਾਰਨਾਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ, ਉਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਭਗਵੰਤ ਸਿੰਘ ਮਾਨ ਦੀ, ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਕਿ ਪ੍ਰਚਾਰ ਕਰਨਾ ਮਹਿੰਗਾ ਪੈ ਗਿਆ। ਇਸ ਪ੍ਰਚਾਰ ਦੇ ਮੱਦੇ ਨਜ਼ਰ ਕੋਰਟ ਦੇ ਵੱਲੋਂ ਹੁਣ ਉਹਨਾਂ ਤੋਂ ਜਵਾਬ ਤਲਬੀ ਕੀਤੀ ਗਈ ਹੈ। ਪੂਰਾ ਮਾਮਲਾ ਕੀ ਹੈ, ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ ਉਸ ਖਬਰ ਦੀ ਜਿਸ ਖਬਰ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਤੂਫਾਨ ਖੜਾ ਕਰ ਦਿੱਤਾ ਹੈ, ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਗਾਵਤ ਦੇ ਸੁਰ ਦਿਖਣੇ ਸ਼ੁਰੂ ਹੋਏ ਨੇ ਵੱਖ-ਵੱਖ ਪਾਰਟੀਆਂ ਦੇ ਵਿੱਚ। ਗੱਲਬਾਤ ਕਰਾਂਗੇ ਰਾਸ਼ਟਰਪਤੀ ਦੀ ਚੋਣ ਦੀ। ਜੇਕਰ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 117 ਵੋਟਾਂ ਸੀ ਜਿਹੜੀਆਂ ਨੇ ਕਿ ਪਾਰਟਿਸਪੇਟ ਕਰਨਾ ਸੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ, ਕਿਉਂਕਿ 117 ਨੁਮਾਇੰਦੇ ਨੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 2 ਵਿਧਾਇਕਾਂ ਦੀ ਗੱਲ ਕਰੀਏ ਜੋ ਕਾਂਗਰਸ ਨਾਲ ਰਿਲੇਟਡ ਸੀ, ਉਹਨਾਂ ਦੇ ਵੱਲੋਂ ਵੋਟਿੰਗ ਨਹੀਂ ਕੀਤੀ ਗਈ, ਉਹਨਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਜਿਸ ਤੋਂ ਬਾਅਦ 115 ਵੋਟਾਂ ਪੋਲ ਹੋਈਆਂ, ਮਾਫ ਕਰਨਾ 115 ਵੋਟਾਂ ਰਹਿ ਗਈਆਂ, ਜਿਹਦੇ ਵਿੱਚ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਦੇ ਵੱਲੋਂ ਇਸ ਬਾਈਕਾਟ ਕਰ ਦਿੱਤਾ ਗਿਆ ਚੋਣ ਦਾ, ਤੇ 114 ਵੋਟਾਂ ਜੋ ਹੋਈਆਂ ਨੇ ਪੋਲ ਹੋਈਆਂ ਨੇ ਪੰਜਾਬ ਦੇ ਵਿੱਚ। ਤੇ ਇਹਨਾਂ ਦੇ ਵਿੱਚੋਂ ਵੀ 5 ਨੂੰ ਜਿਹੜਾ 5 ਵੋਟਾਂ ਜੋ ਹੈ ਸੀ ਉਹਨਾਂ ਨੂੰ ਅਨਘੋਸ਼ਿਤ ਕਰ ਦਿੱਤਾ ਗਿਆ, ਉਹਨਾਂ ਨੂੰ ਵੈਲਿਡ ਨਹੀਂ ਮੰਨਿਆ ਗਿਆ। ਸੋ ਕੁੱਲ ਮਿਲਾ ਕੇ 109 ਵੋਟਾਂ ਨੂੰ ਵੈਲਿਡ ਮੰਨਿਆ ਗਿਆ, ਜਿਸ ਦੇ ਵਿੱਚ ਯਸ਼ਵੰਤ ਸਿਨਹਾ ਜਿਹੜੇ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਸੀ ਉਹਨਾਂ ਨੂੰ 101 ਵੋਟਾਂ ਅਤੇ ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ 8 ਵੋਟਾਂ ਪੋਲ ਹੋਈਆਂ। ਕੁੱਲ 109 ਵੋਟਾਂ ਦੇ ਵਿੱਚੋਂ 8 ਵੋਟਾਂ ਪੋਲ ਹੋਈਆਂ ਦ੍ਰੋਪਦੀ ਮੁਰਮੂ ਨੂੰ, ਤੇ 101 ਵੋਟ ਪੋਲ ਜੋ ਹੋਈ ਹੈ ਉਹ ਯਸ਼ਵੰਤ ਸਿਨਹਾ ਜੋ ਕਿ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਸੀ। ਲੇਕਿਨ ਇੱਥੇ ਸਭ ਤੋਂ ਵੱਡੀ ਤੇ ਅਹਿਮ ਖਬਰ ਦੇਖਣ ਵਾਲੀ ਹੈ ਕ੍ਰਾਸ ਵੋਟਿੰਗ ਦੀ, ਕਿਉਂਕਿ ਦ੍ਰੋਪਦੀ ਮੁਰਮੂ ਨੂੰ ਕ੍ਰਾਸ ਵੋਟਿੰਗ ਹੋਈ ਹੈ, ਜਿਸ ਦੇ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤੂਫਾਨ ਉੱਠਿਆ ਹੈ। ਜੇਕਰ ਸਮਰਥਨ ਦੀ ਗੱਲ ਕਰੀਏ ਤਾਂ ਭਾਜਪਾ ਦੇ ਕੋਲੇ ਸਿਰਫ 2 ਵੋਟਾਂ ਸੀ, ਜਾਂ ਕਿ 2 ਸੀਟਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, 2 ਸੀਟਾਂ ਉਹਨਾਂ ਦੇ 2 ਵੋਟਾਂ ਇਹ ਹੋ ਗਈਆਂ। ਤੇ ਨਾਲ ਅਕਾਲੀ ਦਲ ਨੇ ਸਮਰਥਨ ਦਿੱਤਾ ਸੀ, ਅਕਾਲੀ ਦਲ ਦੇ 3 ਨੁਮਾਇੰਦੇ ਵਿਧਾਨ ਸਭਾ ਦੇ ਵਿੱਚ ਨੇ, ਕੁੱਲ ਮਿਲਾ ਕੇ 5 ਵੋਟਾਂ ਹੋਈਆਂ। ਤੇ 6ਵੀਂ ਵੋਟ ਜੇਕਰ ਗੱਲ ਕਰੀਏ ਉਹ ਸੀ ਭਾਰਤੀ ਜਨਤਾ ਬਹੁਜਨ ਸਮਾਜ ਪਾਰਟੀ ਜਿਹੜੇ ਕਿ ਗਠਬੰਧਨ ਦੇ ਵਿੱਚ ਨੇਗੇ ਅਕਾਲੀ ਦਲ ਦੇ ਨਾਲ। ਸੋ ਕੁੱਲ 6 ਵੋਟਾਂ ਜੋ ਸੀ ਸਮਰਥਨ ਸੀਗਾ ਐਨਡੀਏ ਨੂੰ, ਜਿਸ ਦੇ ਵਿੱਚੋਂ ਇੱਕ ਮਨਪ੍ਰੀਤ ਇਆਲੀ ਜਿਹੜੇ ਕਿ ਅਕਾਲੀ ਦਲ ਦੇ ਲੀਡਰ ਨੇ, ਅਕਾਲੀ ਦਲ ਦੇ ਵਿਧਾਇਕ ਨੇ, ਉਹਨਾਂ ਵੱਲੋਂ ਬਾਈਕਾਟ ਕੀਤਾ ਗਿਆ ਸੀ ਇਹਨਾਂ ਦਾ ਵੋਟਾਂ ਦਾ। ਤੋ ਜਿਸ ਤੋਂ ਬਾਅਦ ਕੁੱਲ 5 ਵੋਟਾਂ ਦਾ ਸਮਰਥਨ ਸੀ ਜੋ ਐਨਡੀਏ ਨੂੰ ਸੀ ਜਾਂ ਫਿਰ ਦ੍ਰੋਪਦੀ ਮੁਰਮੂ ਨੂੰ ਸੀ, ਲੇਕਿਨ ਕੁੱਲ ਵੋਟਾਂ ਉਹਨਾਂ ਨੂੰ ਮਿਲੀਆਂ ਨੇ 8। ਸੋ ਇੱਥੇ ਹੁਣ ਮਾਥਾ ਪੱਚੀ ਸ਼ੁਰੂ ਹੋ ਚੁੱਕੀ ਹੈ ਕਿ ਇਹ ਜੋ 3 ਵੋਟਾਂ ਐਕਸਟਰਾ ਪਈਆਂ ਨੇ ਇਹ ਕ੍ਰਾਸ ਵੋਟਿੰਗ ਮੰਨੀ ਜਾ ਰਹੀ ਹੈ। ਕ੍ਰਾਸ ਵੋਟਿੰਗ ਇਹ ਕਾਂਗਰਸ ਵੱਲੋਂ ਹੋਈ ਹੈ ਜਾਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੋਈ ਹੈ, ਕਿਉਂਕਿ ਇਹ 3 ਕੌਣ ਉਹ ਵਿਧਾਇਕ ਨੇ ਜਿਹੜੇ ਆਪਣੀ ਪਾਰਟੀ ਦੇ ਅਗੇਂਸਟ ਚੱਲ ਕੇ ਵੋਟਿੰਗ ਕਰ ਰਹੇ ਨੇ, ਜਿਸ ਤੋਂ ਬਾਅਦ ਬਗਾਵਤ ਦੀ ਬੂ ਹੁਣ ਦੋਹਾਂ ਪਾਰਟੀਆਂ ਦੇ ਵਿੱਚ ਆਉਣ ਲੱਗੀ ਹੈ ਤੇ ਸ਼ੰਕੇ ਦੋਹਾਂ ਪਾਰਟੀਆਂ ਦੇ ਵਿੱਚ ਸ਼ੁਰੂ ਹੋ ਚੁੱਕੇ ਨੇ। ਜਦੋਂ ਗੱਲ ਕੀਤੀ ਗਈ ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ, ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਨਾਲ, ਤੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਉਂਗਲ ਚੁੱਕੀ ਗਈ ਸੀ ਵੀ ਜੇਕਰ ਕਾਂਗਰਸ ਦੇ ਵੱਲੋਂ ਇਹ ਕ੍ਰਾਸ ਵੋਟਿੰਗ ਹੋਈ ਹੈ ਤਾਂ ਉਸ ਦੇ ਵਿੱਚ ਨਾਮ ਆਇਆ ਅੰਬੋਹਰ ਦੇ ਸਿਟਿੰਗ ਐਮਐਲਏ ਸੰਦੀਪ ਜਾਖੜ ਦਾ। ਸੰਦੀਪ ਜਾਖੜ ਜੋ ਕਿ ਸੁਨੀਲ ਜਾਖੜ ਦੇ ਭਤੀਜੇ ਨੇ, ਅਤੇ ਸੁਨੀਲ ਜਾਖੜ ਜਿਨ੍ਹਾਂ ਨੇ ਕਿ ਪਿਛਲੇ ਸਮੇਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਦਾਮਨ ਫੜਿਆ ਸੀ, ਉਹਨਾਂ ਦੇ ਭਤੀਜੇ ਨੇ। ਤੇ ਸੰਦੀਪ ਜਾਖੜ ਦਾ ਨਾਮ ਕਿਉਂ ਲਿਆ ਗਿਆ ਕਾਂਗਰਸ ਦੇ ਲੀਡਰਾਂ ਵੱਲੋਂ,
इस बारे भी दस दिए, क्योंकि पिछले समय जो संदीप माफ करना सुनील जाखड़ जी ने कांग्रेस ਨੂੰ अलविदा कहा सी, ਤਾਂ उस समय संदीप जाखड़ का बयान आया सी कि मैं अपने चाचे के नाल ही हाँ, जिस तरह क्योंकि चाचा जी मेरे मेरे राजनीतिक गुरु ने, इस करके वो जिस तरह कहेंगे मैं उस तरह का फैसला लवांगा। भावें कि उन्होंने कांग्रेस तो नहीं छड्डी, लेकिन अंदर खाते दे विच चर्चावां ये ने कि ये जिहड़ी वोट है जो क्रॉस वोटिंग हुई है ये संदीप जाखड़ दे वल्लों हो सकती है। नाल ही नाल क्यास लगाइयां जा रही ने। गल करिए राणा गुरजीत के पुत्र इंद्र प्रताप, राणा इंद्र प्रताप, उन्हां दी वोट बारे भी ये गल कही जा सकती है, क्योंकि वो किसी पासे भी भावें भी वोटिंग कर सकते हैं, क्योंकि आज़ाद उम्मीदवार सी, आज़ाद तौर पर जिते हुए ने, लेकिन क्योंकि उन्हों का पिछोकड़ कांग्रेसी है तो उन्होंने पिता जी अज भी कांग्रेस के विच बने हुए हैं। इस करके ये शंके जताए जा रहे हैं भी जिस तरीके दे नाल कांग्रेस का विरोध के बावजूद भी वो जाके इलैक्शन लड़े सी, उन्होंने जो सीट नहीं मिली सीगी इलैक्शन के दौरान, तो वह आज़ाद लड़े सी ते जिते भी सी। ते दूसरी वोट की जो गल की है, चर्चावां ये ने कि दूसरी जो वोट क्रॉस वोट गई हैगी एनडीए के खाते, वो राणा इंद्र प्रताप यानी कि राणा गुरजीत के बेटे की हो सकती है। तो तीसरी वोट बारे, तीसरी जो क्रॉस वोट हुई है उस बारे कई शंकावां ने। आम आदमी पार्टी वालों भी भावें चुप्पी धारी हुई है तो कांग्रेस भी किसी होर दा नाम लैण दे मूड दे विच नहीं। ये दो नेतावां दा भावें नाम लैता गया, लेकिन तीसरी क्रॉस वोटिंग कौन है, किस वल्लों कीती गई, इस वास्ते दोहां पार्टियां दे वल्लों माथापच्ची शुरू कर दी है कि आखिर बगावती सुर किस पार्टी दे विच उठे ने। हालांकि आम आदमी पार्टी दे विच गुंजाइश ना दे बराबर है, क्योंकि अरविंद केजरीवाल दा प्रॉपर पूरा कंट्रोल है पार्टी के उपर, कोई भी विधायक नहीं लगता कि उन्होंने तो बाहर जाके वोटिंग कर सकता है, क्रॉस वोटिंग कर सकता है। कांग्रेस के मामले दे विच शंकावां जरूर ने, क्योंकि एक तो क्लीयर कांग्रेस के खुद लीडर ये गल मानते आए ने भी जी क्रॉस वोटिंग हुई हैगी द्रौपदी मुर्मू नूं जां फिर एनडीए नूं, वो हो सकता है भी सुनील जाखड़ के भतीजे संदीप जाखड़ ने की हो, जो अंबोर तो सिटिंग MLA ने। दूसरी गल राणा गुरजीत के परिवार उन्होंने बेटे के वलों वोटिंग की गल की है। सो सब तो वध जिथे शंके जाहिर किए जा रहे हैं वो है संगरूर तो MP चुने गए सिमरनजीत सिंह मान कि आखिर उन्होंने वोट कित्थे पाई है। भावें कि उन्होंने जो नेड़ले ने, उन्होंने नज़दीकी ने, उन्होंने वालों ये गल कही गई सी कि सिमरनजीत सिंह मान जो वापस आउणगे खुद आके दसणगे कि उन्होंने वोट एनडीए के उम्मीदवार के लिए पाई है जां फिर विरोधी पार्टियां का जो साझे उम्मीद से यशवंत सिंह उन्होंने वोट पाई है, लेकिन अजे इस बारे कुछ भी नहीं कहा जा सकता। सो तीसरी वोट के उपर शंके जाहिर ने, नाल ही नाल शंका दे विच जो वोट है वो सिमरजीत सिंह मान की भी है कि आखिर सिमरजीत सिंह मान के वलों एनडीए समर्थन किया गया ਜਾਂ फिर कांग्रेस ਨੂੰ समर्थन किया गया। हालांकि वो खुल के दोहां पार्टियां के अगेंस्ट बोलते हैं, चाहे कांग्रेस की गल होवे कांग्रेस नूं भी रडार के उपर रखते हैं, तो दूजे पासे भाजपा नूं, एनडीए नूं, अकाली दल नूं, उन्हां नूं भी अपने रडार के उपर लगातार रखते आए ने। सो संभावनावां ये अजे क्लीयर नहीं हो सकियां कि उन्होंने वोट एनडीए नूं पाई है जां फिर यशवंत सिन्हा के लिए उन्हां दी वोट गई है। सो ये चर्चावां का सिलसिला शुरू हो चुका है, जिस तो बाद कांग्रेस के विच भी बड़े विद्रोह की गल सामने आउण लगी है, तो नाल ही नाल आम आदमी पार्टी भी इस गल नूं लैके अंदर खाते जांच कर रही है कि ये जो तीसरी क्रॉस पोल हुई है वोट वो कि आम आदमी पार्टी के किसी विधायक वालों तो नहीं की गई। आने वाले दिनों के विच इस गल का भी खुलासा हो जाएगा, तो नाल खुलासा इस गल का भी हो जाएगा कि आखिर सिमरनजीत सिंह मान जिहड़े कि संगरूर की जिमनी चोण जित के संसद दे विच पहुंचे ने, उन्हां दी वोट किस पाले दे विच गई है। तो दूसरी खबर वाल चलिए, गल करांगे हुण आम आदमी पार्टी की, क्योंकि आम आदमी पार्टी जदों सत्ता के उपर काबज हुई सी पंजाब दे विच, तां उन्हां वल्लों कहा गया सी कि काम सरकार पूरी पारदर्शिता दे नाल करेगी, लोकां दी सलाहां दे नाल फैसले ले जाणगे ते लोकां दे हित दे विच फैसले ले जाणगे। करप्शन दी किते भी कोई गुंजाइश नहीं छड्डी जाएगी। करप्शन के उपर 0% टॉलरेंस की गल भी करते हुए ने, भावें अरविंद केजरीवाल जी की गल करिए या फिर भगवंत सिंह मान की गल करिए। जे गल करिए अपने ही एक मंत्री नूं सिर्फ और सिर्फ इस विनाह के उपर कि उन्हां दे वल्लों कमिशन मंगिया गया सी, कार्रवाई हुई, उन्हां दा अहुदे तो बर्खास्त किया गया, तो उन्हां नूं जेल यात्रा भी करनी पई है। अजे भी जांच चल रही है
ਤੇ ਨਾਲ ਹੀ ਨਾਲ ਦੱਸ ਦਈਏ ਕਿ ਉਹਨਾਂ ਨੂੰ ਜ਼ਮਾਨਤ ਵੀ ਬੜੀ ਮੁਸ਼ਕਲ ਦੇ ਨਾਲ ਮਿਲੀ ਹੈ ਤੇ ਇਲਜ਼ਾਮ ਲੱਗੇ ਵੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਸੀ। ਸੋ ਇੱਕ ਕਲੀਅਰ ਸੰਦੇਸ਼ ਇੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਨੂੰ, ਪੂਰੇ ਦੇਸ਼ ਨੂੰ, ਕਿ ਆਮ ਆਦਮੀ ਪਾਰਟੀ ਕਰਪਸ਼ਨ ਨੂੰ ਸਹਿਣ ਨਹੀਂ ਕਰੇਗੀ। ਲੇਕਿਨ ਹੁਣ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਵੀ ਜਿਸ ਮੰਤਰੀ ਦੀ ਗੱਲ ਕਰ ਰਹੇ ਹਾਂ ਜਿਹੜੇ ਕਿ ਜਾਂਚ ਦੇ ਘੇਰੇ ਦੇ ਵਿੱਚ ਨੇ, ਜਿਨ੍ਹਾਂ ਦੀ ਜੇਲ੍ਹ ਯਾਤਰਾ ਹੋ ਸਕਦੀ ਹੈ, ਗੱਲ ਕਰਾਂਗੇ ਦਿੱਲੀ ਦੇ ਡਿਪਟੀ ਸੀਐਮ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਜੀ, ਜਿਹੜੇ ਕਿ ਹੁਣ CBI ਦੀ ਜਾਂਚ ਦੇ ਦਾਇਰੇ ਦੇ ਵਿੱਚ ਆ ਚੁੱਕੇ ਨੇ, ਕਿਉਂਕਿ VK ਸਕਸੈਨਾ ਰਾਜਪਾਲ ਦੇ ਵੱਲੋਂ CBI ਦੀ ਜਾਂਚ ਦੇ ਆਦੇਸ਼ ਦਿੱਤੇ ਨੇ। ਚੀਫ ਸੈਕਟਰੀ ਦੇ ਇੱਕ ਲੈਟਰ ਮਿਲਣ ਤੋਂ ਬਾਅਦ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਐਕਸਾਈਜ਼ ਜਿਹੜੀ ਪਾਲਿਸੀ ਹੈ 14 ਜੁਲਾਈ ਨੂੰ ਜਿਹੜੀ ਲਾਗੂ ਕੀਤੀ ਗਈ ਹੈ ਉਸ ਦੇ ਵਿੱਚ ਬੜੀ ਧਾਂਦਲੀ ਹੋਈ ਹੈ, ਕਿਉਂਕਿ ਆਪਣੇ ਚਹੇਤਿਆਂ ਨੂੰ ਸਿੱਕੇ ਦੇ ਉੱਪਰ ਟੰਗ ਕੇ ਸਾਰੇ ਨਿਯਮਾਂ ਨੂੰ, ਐਕਸਾਈਜ਼ ਦੇ ਜਿੰਨੇ ਨਿਯਮ ਨੇ ਉਹਨਾਂ ਨੂੰ ਸਿੱਕੇ ਉੱਪਰ ਟੰਗ ਕੇ ਬੜੀ ਜਲਦਬਾਜ਼ੀ ਦੇ ਵਿੱਚ ਇਹ ਨਵੀਂ ਪਾਲਿਸੀ ਲਾਗੂ ਕੀਤੀ ਗਈ ਹੈ, ਜਿਸ ਦੇ ਵਿੱਚ ਕੁਝ ਉਹਨਾਂ ਪਾਰਟੀਆਂ ਨੂੰ ਜਾਂ ਉਹਨੇ ਠੇਕੇਦਾਰਾਂ ਨੂੰ ਵੀ ਠੇਕੇ ਦੇ ਦਿੱਤੇ ਨੇ ਜਾਂ ਪਾਲਿਸੀ ਦੇ ਵਿੱਚ ਉਹਨਾਂ ਦਾ ਹਿੱਸਾ ਪਾ ਦਿੱਤਾ ਗਿਆ, ਜਿਨ੍ਹਾਂ ਨੂੰ ਕਿ ਬਲੈਕ ਲਿਸਟ ਕੀਤਾ ਹੈ। ਬਲੈਕ ਲਿਸਟਡ ਪਾਰਟੀਆਂ, ਬਲੈਕ ਲਿਸਟਡ ਕੰਪਨੀਆਂ ਨੂੰ ਵੀ ਠੇਕੇ ਦੇ ਦਿੱਤੇ ਗਏ ਨੇ। ਸੋ ਪਾਲਿਸੀ ਦੇ ਉੱਪਰ ਸਵਾਲ ਉੱਠੇ ਨੇ। ਸੋ ਸਵਾਲ ਚੁੱਕਣ ਦੇ ਲਈ ਮੀਨਾਕਸ਼ੀ ਲੇਖੀ ਅੱਗੇ ਆਏ ਨੇ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਗਈ ਹੈ ਕਿ ਜੁਲਾਈ ਮਹੀਨੇ ਦੇ ਵਿੱਚ 14 ਜੁਲਾਈ ਨੂੰ ਜਿਹੜੀ ਨਵੀਂ ਪਾਲਿਸੀ ਲਾਗੂ ਕੀਤੀ ਗਈ ਹੈ ਐਕਸਾਈਜ਼ ਦੀ ਦਿੱਲੀ ਸਰਕਾਰ ਦੇ ਵੱਲੋਂ, ਅਰਵਿੰਦ ਕੇਜਰੀਵਾਲ ਦੇ ਵੱਲੋਂ, ਉਸ ਦੇ ਵਿੱਚ ਬੜੀਆਂ ਜੋ ਗੜਬੜੀਆਂ ਪਾਈਆਂ ਗਈਆਂ ਨੇ। ਇੱਕ ਤਾਂ ਕੈਬਨਿਟ ਨੋਟ ਨਹੀਂ ਦਿੱਤਾ ਗਿਆ ਤੇ ਨਾਲ ਹੀ ਨਾਲ ਜੋ ਐਕਸਾਈਜ਼ ਦੇ ਨਿਯਮ ਨੇ ਉਹਨਾਂ ਨੂੰ ਵੀ ਸਿੱਕੇ ਉੱਪਰ ਟੰਗ ਕੇ ਆਪਣੇ ਚਹੇਤਿਆਂ ਨੂੰ ਤਕਰੀਬਨ 144.36 ਕਰੋੜ ਦੇ ਲਾਭ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਿੱਧੇ ਇਲਜ਼ਾਮ ਲੱਗੇ ਨੇ ਮਨੀਸ਼ ਸਿਸੋਦੀਆ ਦੇ ਉੱਪਰ। ਸੋ ਇਹਨਾਂ ਇਲਜ਼ਾਮਾਂ ਲੱਗਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਾਹਮਣੇ ਆਏ ਨੇ ਅਤੇ ਆਪਣੇ ਡਿਪਟੀ ਸੀਐਮ ਦੀ, ਆਪਣੇ ਕੈਬਨਿਟ ਮੰਤਰੀ ਦੀ ਉਹ ਵਕਾਲਤ ਕਰਦੇ ਹੋਏ ਨਜ਼ਰ ਆਏ ਨੇ ਤੇ ਇਲਜ਼ਾਮ ਉਲਟਾ ਕੇਂਦਰ ਸਰਕਾਰ ਦੇ ਉੱਪਰ ਲਗਾਏ ਨੇ ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੀ ਜ਼ੁਬਾਨ ਨੂੰ ਬੰਦ ਕਰਨਾ ਚਾਹੁੰਦੀ ਹੈ। ਉਹਨਾਂ ਨੇ ਉਦਾਹਰਨ ਦਿੱਤੀ ਕਿ ਸਿਰਫ ਇੱਕ ਦਿਨ ਪਹਿਲਾਂ ਹੀ ਰਾਜਪਾਲ ਵੱਲੋਂ ਉਹਨਾਂ ਨੂੰ ਸਿੰਗਾਪੁਰ ਜਾਣ ਦੀ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ, ਭਾਵ ਕਿ ਜਿਹੜੇ ਮੇਅਰ ਕਾਨਫਰੰਸ ਹੋਣੀਆਂ ਸਿੰਗਾਪੁਰ ਦੇ ਵਿੱਚ ਉੱਥੇ ਉਹ ਜਾਣਾ ਚਾਹੁੰਦੇ ਸੀ ਅਤੇ ਆਪਣੀਆਂ ਕੁਝ ਗੱਲਾਂ ਰੱਖਣਾ ਚਾਹੁੰਦੇ ਸੀ, ਲੇਕਿਨ ਰਾਜਪਾਲ VK ਸਕਸੈਨਾ ਉਹਨਾਂ ਦੇ ਵੱਲੋਂ ਸਿੰਗਾਪੁਰ ਜਾਣ ਤੇ ਅਰਵਿੰਦ ਕੇਜਰੀਵਾਲ ਦੇ ਰੋਕ ਲਗਾ ਦਿੱਤੀ, ਪਰਮਿਸ਼ਨ ਨਹੀਂ ਦਿੱਤੀ ਗਈ ਸੀ। ਭਾਵੇਂ ਕਿ ਇਸ ਮੁੱਦੇ ਨੂੰ ਲੈ ਕੇ ਗ੍ਰਹਿ ਵਿਭਾਗ ਨੂੰ ਇੱਕ ਲੈਟਰ ਵੀ ਲਿਖਿਆ ਗਿਆ ਸੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿ ਆਖਰ ਇੱਕ ਜਦੋਂ ਦੇਸ਼ ਆਜ਼ਾਦ ਦੇਸ਼ ਦਾ ਆਮ ਨਾਗਰਿਕ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਜਾ ਸਕਦਾ ਤਾਂ ਮੇਰੇ ਸਿੰਗਾਪੁਰ ਜਾਣ ਦੇ ਉੱਪਰ ਪਾਬੰਦੀ ਕਿਉਂ। ਸੋ VK ਸਕਸੈਨਾ ਦਾ ਨਾਮ ਉਹ ਲੈਂਦੇ ਹੋਏ ਕਹੇ ਕਿ ਰਾਜਪਾਲ ਸ਼ਰੇਆਮ ਸਾਡੇ ਜੋ ਹੱਕ ਨੇ, ਸਾਡੇ ਅਧਿਕਾਰ ਨੇ, ਉਹਨਾਂ ਦੀ ਉਲੰਘਣਾ ਕਰ ਰਹੇ ਨੇ, ਉਹਨਾਂ ਦੇ ਉੱਪਰ ਜ਼ਬਰਦਸਤੀ ਰੋਕ ਲਗਾ ਰਹੇ ਨੇ। ਤੇ ਦੂਸਰੇ ਪਾਸੇ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਨੇ ਆਪਣੇ ਬਿਆਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਕਿ ਅਸੀਂ ਪਹਿਲਾਂ ਹੀ ਇਹ ਸ਼ੱਕ ਕਰ ਚੁੱਕੇ ਸੀ ਕਿ ਮਨੀਸ਼ ਸਿਸੋਦੀਆ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰਡਾਰ ਤੇ ਲਿਆ ਜਾ ਸਕਦਾ ED ਦੇ ਵੱਲੋਂ ਜਾਂ ਫਿਰ CBI ਦੇ ਵੱਲੋਂ, ਕਿਉਂਕਿ ਪਿਕ ਐਂਡ ਚੂਜ਼ ਦੀ ਗੱਲ ਕੀਤੀ ਜਾ ਰਹੀ ਹੈ, ਚੂਜ਼ ਐਂਡ ਪਿਕ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ। ਪਹਿਲਾਂ ਟਾਰਗੇਟ ਕੀਤਾ ਜਾਂਦਾ ਵੀ ਆਖਰ ਹੁਣ ਕੇਸ ਜਾਂ ਮਾਮਲਾ ਕਿਸ ਵੱਡੇ ਲੀਡਰ ਦੇ ਉੱਪਰ ਜਾਂ ਕਿਸ ਕੈਬਨਿਟ ਦੇ ਮੰਤਰੀ ਉੱਪਰ ਪਾਉਣਾ, ਉਸ ਤੋਂ ਬਾਅਦ ਇਹ ਦੇਖਿਆ ਜਾਂਦਾ ਵੀ ਆਖਰ ਮਾਮਲਾ ਕੀ ਪਾਉਣਾ। ਉਹਨਾਂ ਨੇ ਇਹ ਵੀ ਗੱਲ ਪਹਿਲਾਂ ਸਤਿੰਦਰ ਜੈਨ ਦੀ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਨੂੰ ਵੀ ED ਨੇ ਸਕੰਜੇ ਦੇ ਵਿੱਚ ਲਿਆ ਸੀ, ਗ੍ਰਿਫਤਾਰੀ ਕੀਤੀ ਸੀ, ਲੇਕਿਨ ਉਹਨਾਂ ਦੇ ਕੋਲੋਂ ਕੁਝ ਵੀ ਪ੍ਰਾਪਤ ED ਨਹੀਂ ਕਰ ਸਕੀ ਸੀ, ਖਾਲੀ ਹੱਥ ਰਹੀ ਸੀ। ਸੋ ਪੋਲੀਟੀਕਲ ਬੰਡੇਟੇ ਦੀ ਗੱਲ ਕਰਦੇ ਹੋਏ ਨਜ਼ਰ ਆਏ ਨੇ ਇਸ ਮਾਮਲੇ ਦੇ ਵਿੱਚ ਵੀ। ਤੇ ਦੂਸਰੇ ਪਾਸੇ ਕੇਂਦਰ ਸਰਕਾਰ ਤੇ ਨਾਲ ਹੀ ਨਾਲ ਜੇਕਰ ਗੱਲ ਪਰ ਰਾਜਪਾਲ ਦੀ ਕਰੀਏ, ਉਹਨਾਂ ਨੇ ਕਿਹਾ ਵੀ ਚੀਫ ਸੈਕਟਰੀ ਦੇ ਇੱਕ ਸਾਨੂੰ ਲੈਟਰ ਮਿਲਿਆ ਸੀਗਾ ਜਿਸ ਦੇ ਆਧਾਰ ਦੇ ਉੱਪਰ ਉਹਨਾਂ ਦੇ ਵੱਲੋਂ CBI ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਸੋ ਲੇਕਿਨ ਜੇਕਰ ਜਾਂਚ ਖੁੱਲ੍ਹਦੀ ਹੈ ਤਾਂ ਸਿੱਧਾ ਨਾਮ ਮਨੀਸ਼ ਸਿਸੋਦੀਆ ਦਾ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ। ਮਨੀਸ਼ ਸਿਸੋਦੀਆ ਜਾਂਚ ਦੇ ਘੇਰੇ ਦੇ ਵਿੱਚ ਨੇ। ਜੇਕਰ ਜਾਂਚ ਦੇ ਵਿੱਚ ਜਾਂਚ ਨੂੰ ਸਹੀ ਪਾਇਆ ਜਾਂਦਾ ਹੈ, ਘਪਲਾ ਕਰਪਸ਼ਨ ਇਸ ਮਾਮਲੇ ਦੇ ਵਿੱਚ ਨਵੀਂ ਐਕਸਾਈਜ਼ ਨੀਤੀ ਦੇ ਵਿੱਚ ਹੁੰਦੀ ਹੈ ਤਾਂ ਮਨੀਸ਼ ਸਿਸੋਦੀਆ ਦਾ ਜੇਲ੍ਹ ਜਾਣਾ ਲਗਭਗ ਤੈਅ ਹੈ। ਭਾਵੇਂ ਕਿ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਲੀਅਰ ਕਰਦੇ ਹੋਏ ਨਜ਼ਰ ਆਈ ਹੈ। ਭਾਜਪਾ ਮੀਨਾਕਸ਼ੀ ਲੇਖੀ ਦੀ ਗੱਲ ਕਰੀਏ, ਉਹ ਕਹਿ ਰਹੇ ਨੇ ਕਿ ਆਪਣੇ ਹੀ ਚਹੇਤਿਆਂ ਨੂੰ 144 ਕਰੋੜ ਰੁਪਏ ਦਾ
जो फायदा देने की कोशिश की गई है। एक्साइज के नियम ने उन्होंने तार ते टंगिया गया, कोई कैबिनेट नोट भी नहीं है आया इस मामले दे विच। अरे बड़ी जल्दबाजी दे विच ये नीति है जो लागू करने की गल कही गई है। सो घिरते हुए नज़र आ रहे ने एक नवा केस आम आदमी पार्टी के अगेंस्ट, वो भी करप्शन का। वो करप्शन के मामले के उपर जिस करप्शन की गल भगवंत सिंह मान ते अरविंद केजरीवाल अपने हर एक बयान दे विच करते हैं कि असी करप्शन तो रहत देश नूं कर देना। करप्शन आम आदमी पार्टी तो बर्दाश्त नहीं करेगी तो करप्ट व्यक्ति नूं बनती सज़ा जरूर दी जाएगी, भावें वो किसी भी पार्टी नाल रिलेटेड होवे, किसी भी अहुदे दे उपर होवे, कितना वड्डा चेहरा कितना वड्डा नाम क्यों ना होवे, भावें वो चेहरा आम आदमी पार्टी का ही क्यों ना होवे, कानून सब लई एक होएगा। करप्शन बिल्कुल भी बर्दाश्त नहीं की जाएगी। लेकिन जिस तरह के अज बयान, जिस तरह की जांच CBI की होने लगी आ, सो सीधे सीधे मनीष सिसोदिया हुण घिरते हुए नज़र आ रहे हैं, क्योंकि केंद्र सरकार या भाजपा सरकार ये कहती हुई नज़र आ रही है कि पूरे पुख्ता सबूत ने कि नवी एक्साइज नीति दे विच गड़बड़ी हुई है और 144 करोड़ रुपए तो वध दा मुनाफा दिता गया ब्लैक लिस्टड कंपनियां नूं, जिन्हां नूं ये ठेके दिते गए ने। सो घिरते हुए नज़र आ रहे हैं। मनीष सिसोदिया जेल भी जा सकते हैं, लेकिन अरविंद केजरीवाल अपने मंत्री नूं प्रोटैक्ट करते हुए नज़र आए ने। दूसरे पासे गल पंजाब की करिए, गल भगवंत सिंह मान की करिए, जिथे दिल्ली दे विच कैबिनेट मंत्री डिप्टी CM घिरते हुए नज़र आए ने। अज मुश्किलां पंजाब दे विच सरदार भगवंत सिंह मान की सरकार दियां भी वधिया ने, क्योंकि हाई कोर्ट दे वल्लों एक उन्हां तो मंग की गई है उस मामले दे विच जिहड़ी सुरक्षा वापसी नूं लैके है कि आखिर जो सुरक्षा दे विच कटौती की गई सी मई महीने दे विच VIP कल्चर नूं खत्म करन दी गल करन दे लई, आखिर सुरक्षा वापसी तो बाद ये पूरा लीक किवें हो गया, ये सुरक्षा की जो गल सी वो लीक किवें होई, भी किस किस की सुरक्षा कटौती की जा रही है, तो किन्ने व्यक्ति जो सुरक्षा तो हटा लए जाणगे, तो किन्ना व्यक्तियों की सुरक्षा दे विच कटौती की गई है। इस मामले के लिए हुण समा दिता गया 1 हफ्ते का, अते सरकार तो उन्हां दे वल्लों मंग रख दी गई कोर्ट के वल्लों कि जल्दी तो जल्दी सानू, भावें कि सरकारी वकील वल्लों ये मामले दे विच 2 हफ्ते का समा मंगया गया सी कि असी अपना 2 हफ्ते दे विच उत्तर दाखल कर देवांगे। सील बंद लिफाफे दे विच असी पूरी जांच क्योंकि कर रहे हो, कह रहे हैं जांच इस मामले की चल रही है, तो जिहड़ा भी दोषी होएगा उसनूं सामने लिआंदा जाएगा। सो पर घिरदी हुई नज़र आम आदमी पार्टी सरकार आई है, क्योंकि जदों 28 मई नूं ये वापसी की गई सी, सुरक्षा वापस ली गई सी VIP कल्चर का नाम लैके, तो बड़े बड़े दावे करते हुए बड़ा प्रचार आम आदमी पार्टी के वलों किया गया सी, ते लिस्टां बकायदा सोशल मीडिया के उपर भी जारी कर दी गई सी कि इन्हां लोकां दी सुरक्षा वापस ली गई है। किन्ने इन्हां कोले पहला सुरक्षा कर्मी सी, उन्हां विचों किन्ने वापस ले गए ने, ते किन्हां दी सुरक्षा बिल्कुल जीरो कर दी गई है। VIP कल्चर का नाम लैके सुरक्षा वापसी हुई सी, जिन्हां दे विच हुण इस दे अगेंस्ट तकरीबन हुण तक 28 पटीशनां जा चुकियां ने, जिस दे विच सुरक्षा नूं मामले नूं लैके पुछया गिछया शुरू हो चुकी है। सरकार दे वल्लों सरकार तो पूछा गया कि आखिर सुरक्षा वापसी क्यों की गई। सो जो हुण सुरक्षा के मामले के उपर सरकार घिरी है, तो नाल ही नाल टाइम बंद किया गया, टाइम बाउंड किया गया कि 1 हफ्ते दे विच अपना जो जवाब है वो दाखल करना पएगा सरकार नूं। भावें कि जिवें पहला भी दस्सिया कि सरकारी वकील दे वल्लों इस मामले च कहा गया सी कि जांच चल रही है, कि ये पूरी जानकारी सुरक्षा मामले की जानकारी भी किस किस की सुरक्षा कटौती की गई है, किन्ने किन्ने मुलाजम वापस लाए गए ने, इसकी जांच चल रही है। तो 2 हफ्ते का समा मंगया गया सी, 2 हफ्ते के विच पूरी जानकारी असी एक सीलबंद लिफाफे के विच कोर्ट के विच पेश कर देवांगे, लेकिन कोर्ट के वल्लों सिर्फ 1 हफ्ते का समा दिता गया अपना जो उत्तर ने वो दाखल करने के लिए, जो रिपोर्ट आ दाखल करने के लिए, तो नाल ही नाल जिन्हां व्यक्तियों की सुरक्षा कटौती की गई सी, जिन्हां दे सारे ही सुरक्षा कर्मी वापस ले गए सी, ते जिन्हां कोल हुण एक भी सुरक्षा कर्मी नूं उन्हां नूं एक सुरक्षा गार्ड देण दे हुक्म भी जारी कर दिते गए ने कोर्ट के वल्लों। जदों तक सरकार अपना स्पष्टीकरण भेजदी है, सरकार अपनी रिपोर्ट कोर्ट दे विच पेश कराउंदी है। सो लगातार मुश्किलां वधियां ने, क्योंकि 28 मई नूं जदों
VIP ਕਲਚਰ ਦੇ ਨਾਮ ਦੇ ਉੱਪਰ ਸੁਰੱਖਿਆ ਵਾਪਸੀ ਕੀਤੀ ਗਈ ਸੀ ਤਾਂ 29 ਤਰੀਕ ਨੂੰ ਗੈਂਗਸਟਰਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਜੋ ਕਿ ਕਾਂਗਰਸ ਦੇ ਉੱਗੇ ਲੀਡਰ ਵੀ ਸੀ ਤੇ ਵਰਲਡ ਫੇਮਸ ਪੌਪ ਸਿੰਗਰ ਸੀ, ਉਹਨਾਂ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕਾ ਵਿਖੇ ਘੇਰ ਕੇ ਗੈਂਗਸਟਰ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਤੇ ਨਾਲ ਹੀ ਨਾਲ ਪੁੱਛਗਿੱਛ ਦੌਰਾਨ ਜਦੋਂ ਗੈਂਗਸਟਰ ਫੜੇ ਗਏ ਨੇ, ਰੇਕੀ ਕਰਨ ਵਾਲੇ ਫੜੇ ਗਏ ਨੇ, ਇਸ ਮਾਮਲੇ ਦੇ ਨਾਲ ਸੰਬੰਧਿਤ ਲੋਕ ਫੜੇ ਗਏ ਨੇ, ਤਾਂ ਉਹਨਾਂ ਵੱਲੋਂ ਇਹ ਗੱਲ ਸਾਹਮਣੇ ਆਈ ਸੀ ਕਿ ਸਾਨੂੰ ਫੋਨ ਆਏ ਸੀ, ਸਾਨੂੰ ਆਦੇਸ਼ ਆਏ ਸੀ ਕਿ ਉਸ ਦੀ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲੈ ਲਈ ਗਈ। ਜਿੱਥੇ ਪਹਿਲਾਂ ਕਾਂਗਰਸ ਸਰਕਾਰ ਵੇਲੇ ਸਿੱਧੂ ਮੂਸੇਵਾਲਾ ਨੂੰ 10 ਸੁਰੱਖਿਆ ਕਰਮੀ ਦਿੱਤੇ ਗਏ ਸੀ, ਹੁਣ ਉਹਨਾਂ ਦੀ ਕਟੌਤੀ ਕਰਕੇ ਉਹਨਾਂ ਕੋਲ ਸਿਰਫ 2 ਸੁਰੱਖਿਆ ਕਰਮੀ ਰਹਿ ਗਏ ਸੀ ਤੇ ਮੌਕੇ ਵਾਰਦਾਤ ਸਮੇਂ ਉਹ ਵੀ ਸੁਰੱਖਿਆ ਕਰਮੀ ਉਹਨਾਂ ਦੇ ਨਾਲ ਨਹੀਂ ਸੀ। ਸੋ ਇਸ ਤੋਂ ਬਾਅਦ ਇੱਕ ਵੱਡੀ ਵੈਸਟ ਸੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਸੁਰੱਖਿਆ ਵਾਪਸੀ ਨੂੰ ਲੈ ਕੇ ਘਿਰਦੀ ਹੋਈ ਨਜ਼ਰ ਆ ਰਹੀ ਸੀ। 28 ਪਟੀਸ਼ਨਾਂ ਸੁਰੱਖਿਆ ਦੇ ਮੱਦੇ ਨਜ਼ਰ, ਸੁਰੱਖਿਆ ਆਪਣੇ ਥ੍ਰੈਟ ਦੱਸ ਦਿਓ, 28 ਪਟੀਸ਼ਨਾਂ ਵੱਖ-ਵੱਖ ਲੋਕਾਂ ਦੇ ਵੱਲੋਂ, ਵੱਖ-ਵੱਖ ਲੀਡਰਾਂ ਦੇ ਵੱਲੋਂ ਭੇਜੀਆਂ ਗਈਆਂ ਸੀ, ਪਾਈਆਂ ਗਈਆਂ ਸੀ ਹਾਈ ਕੋਰਟ ਦੇ ਵਿੱਚ, ਜਿਸ ਤੋਂ ਬਾਅਦ ਹੁਣ ਰਿਪੋਰਟ ਮੰਗੀ ਗਈ ਹੈ ਸਰਕਾਰ ਦੇ ਵੱਲੋਂ, ਉੱਤਰ ਮੰਗਿਆ ਗਿਆ ਕਿ ਆਖਰ ਤੇ ਇਸ ਦਾ ਨਾਲ ਹੀ ਦੱਸਿਆ ਕਿ ਇਹਦਾ ਹੱਲ ਕੀ ਹੋਏਗਾ, ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦਾ ਹੱਲ ਕੀ ਹੋਏਗਾ, ਇਹ ਵਾਪਸ ਸੁਰੱਖਿਆ ਕਿਉਂ ਲੱਗੀ ਸੀ, ਇਸ ਦੇ ਮਾਪਦੰਡ ਕੀ ਸੀ, ਇਸ ਬਾਰੇ ਹੁਣ ਵਿਸਥਾਰ ਦੇ ਨਾਲ ਮੰਗਿਆ ਗਿਆ ਤੇ 1 ਹਫ਼ਤੇ ਦਾ ਟਾਈਮ ਦਿੱਤਾ ਗਿਆ ਕਿ ਟਾਈਮ ਬਾਉਂਡ ਕਰ ਦਿੱਤਾ ਗਿਆ, ਭਾਵ ਕਿ 1 ਹਫ਼ਤੇ ਦੇ ਵਿੱਚ ਸਰਕਾਰ ਨੂੰ ਇਹ ਸਭ ਦੱਸਣਾ ਪਏਗਾ। ਤੇ ਅਸੀਂ ਦੱਸ ਦਈਏ ਕਿ ਇਹ ਖਬਰਾਂ ਜੋ ਸੁਰੱਖਿਆ ਕਟੌਤੀ ਦੇ ਵਿੱਚ ਸੀ, ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਪ੍ਰਚਾਰ ਕੀਤਾ ਗਿਆ ਸੀਗਾ ਵੀ ਅਸੀਂ ਦੇਖੋ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਆ, ਬਕਾਇਦਾ ਨਾਮ ਨਸ਼ਰ ਕੀਤੇ ਗਏ ਸੀ ਵੀ ਕਿਸ ਵਿਅਕਤੀ ਵੱਲੋਂ ਸੁਰੱਖਿਆ ਵਾਪਸ ਲਈ ਗਈ ਹੈ। ਸੋ ਉਹਨਾਂ ਦਾ ਹਵਾਲਾ ਦੇ ਕੇ ਹੀ ਹੁਣ ਕੋਰਟ ਦੇ ਵੱਲੋਂ ਇਹ ਜਵਾਬ ਮੰਗਿਆ ਗਿਆ ਕਿ ਆਖਰ ਇਹ ਰਿਪੋਰਟ ਲੀਕ ਕਿਵੇਂ ਹੋਈ ਸੀ। ਜੇਕਰ VIP ਕਲਚਰ ਦੇ ਨਾਮ ਦੇ ਉੱਪਰ ਸੁਰੱਖਿਆ ਵਾਪਸੀ ਵੀ ਲਈ ਗਈ ਸੀ ਤਾਂ ਰਿਪੋਰਟ ਇਹ ਲੀਕ ਕਿਵੇਂ ਹੋਈ ਕਿ ਆਖਰ ਸੁਰੱਖਿਆ ਕਿਹਦੀ ਵਾਪਸੀ ਲਈ ਹੈ। ਸੋ ਇਸ ਮਾਮਲੇ ਦੇ ਵਿੱਚ ਹੁਣ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ, ਕਿਉਂਕਿ ਸਿਰਫ ਔਰ ਸਿਰਫ 1 ਹਫ਼ਤੇ ਦਾ ਸਮਾਂ, ਰਿਪੋਰਟ, ਜਵਾਬ, ਉੱਤਰ ਬੰਦ ਸੀਲ ਲਿਫਾਫੇ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਨਾਲ ਹੀ ਨਾਲ ਉਸ ਸ਼ਖਸ ਦਾ ਨਾਮ ਵੀ ਦੱਸਣਾ ਜਿਸ ਦੇ ਵੱਲੋਂ ਇਹ ਰਿਪੋਰਟ ਲੀਕ ਕੀਤੀ ਗਈ ਸੀ। ਸੋ ਹੁਣ ਗਾਜ਼ ਕਿਸ ਦੇ ਉੱਪਰ ਡਿੱਗਦੀ ਹੈ, ਬਲੀ ਦਾ ਬੱਕਰਾ ਕੌਣ ਬਣੇਗਾ ਇਸ ਪੂਰੇ ਮਾਮਲੇ ਵਿੱਚ, ਇਹ ਹੁਣ ਦੇਖਣ ਵਾਲੀ ਗੱਲ ਹੋਏਗੀ। ਇਹ ਗੱਲ ਕਲੀਅਰ, ਲੇਕਿਨ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਪ੍ਰਚਾਰ ਉਹਨਾਂ ਨੇ ਕੀਤਾ ਸੀਗਾ ਪਾਰਟੀ ਨੂੰ ਉੱਪਰ ਚੱਕਣ ਦੇ ਲਈ, ਇਹ ਦਿਖਾਉਣ ਦੇ ਲਈ ਕਿ ਅਸੀਂ VIP ਕਲਚਰ ਖਤਮ ਕਰ ਰਹੇ ਹਾਂ, ਅਸੀਂ ਆਮ ਲੋਕਾਂ ਤੇ ਆਮ ਲੋਕ ਹੀ ਸਰਕਾਰ ਨੂੰ ਚਲਾ ਰਹੇ ਨੇ, ਇਹ ਪ੍ਰਚਾਰ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਮਹਿੰਗਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਕੋਰਟ ਦੇ ਵੱਲੋਂ ਜਵਾਬ ਤਲਬੀ ਕੀਤੀ ਗਈ ਤੇ ਸਮਾਂ ਵੀ ਬੰਦ ਕੀਤਾ ਗਿਆ, ਟਾਈਮ ਬਾਉਂਡ ਕਰ ਦਿੱਤਾ ਗਿਆ 1 ਹਫ਼ਤੇ ਦੇ ਵਿੱਚ ਸਾਰਾ ਕੁਝ ਸੀਲਬੰਦ ਲਿਫਾਫੇ ਦੇ ਵਿੱਚ, ਜਿਸ ਤਰ੍ਹਾਂ ਕਿ ਸਰਕਾਰੀ ਵਕੀਲ ਨੇ ਕਿਹਾ ਕਿ ਸੀਲਬੰਦ ਲਿਫਾਫੇ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਜਾਏਗਾ। ਸੋ ਉਸ ਸੀਲਬੰਦ ਲਿਫਾਫੇ ਦੇ ਵਿੱਚ ਹੁਣ ਕੀ ਨਿਕਲੇਗਾ, ਕਿਸ ਵਿਅਕਤੀ ਦੇ ਉੱਪਰ ਗਾਜ਼ ਗਿਰੇਗੀ, ਕਿਸ ਦੇ ਉੱਪਰ ਇਹ ਸਾਰਾ ਠੀਕਰਾ ਫੁੱਟੇਗਾ ਕਿ ਉਸ ਵੱਲੋਂ ਇਹ ਜਾਣਕਾਰੀ ਲੀਕ ਕੀਤੀ ਗਈ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਕੀਮਤੀ ਹੁੰਦੇ ਨੇ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਬੜੇ ਸਹਾਈ ਹੁੰਦੇ ਨੇ। ਸੋ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।